ਵੀਡੀਓ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਅਸੀਂ ਅਧਿਆਇ 6ਵਾਂ ਕੰਟਰੋਲ ਫਲੋ ਭਾਗ ਦੂਜਾ ਦੀ ਸ਼ੁਰੂਆਤ ਕਰਾਂਗੇ। ਜਿਵੇਂ ਕਿ ਪਿਛਲੇ ਚੈਪਟਰ ਦੇ ਵਿੱਚ ਅਸੀਂ ਪੜ੍ਹਿਆ ਹੈ, ਕੰਟਰੋਲ ਫਲੋ ਕੀ ਹੈ, ਕਿਵੇਂ ਸੀ ਪ੍ਰੋਗਰਾਮ ਦੇ ਵਿੱਚ ਤੁਸੀਂ ਛੋਟੇ-ਛੋਟੇ ਸਟੇਟਮੈਂਟਸ ਦੀ ਮਦਦ ਨਾਲ ਤੁਸੀਂ ਇਨੀਸ਼ੀਅਲਾਈਜ਼ ਕਾਊਂਟਰ ਕਰ ਸਕਦੇ ਹੋ। ਕਿਸੇ ਵੀ ਪ੍ਰੋਗਰਾਮ ਦੀ ਪ੍ਰਕਿਰਿਆ ਕੰਟਰੋਲ ਸਟੇਟਮੈਂਟਸ ਦੁਆਰਾ ਨਿਰਧਾਰਿਤ ਹੁੰਦੀ ਹੈ, ਛੋਟੇ-ਛੋਟੇ ਸਟੈਪਸ ਜਾਂ ਸਟੇਟਮੈਂਟਸ ਦੇ ਦੁਆਰਾ। ਕੰਟਰੋਲ ਸਟੇਟਮੈਂਟਸ ਇਹ ਫੈਸਲਾ ਕਰਦੀਆਂ ਹਨ ਕਿ ਇੱਕ ਪ੍ਰੋਗਰਾਮ ਦੇ ਕਿਸ ਭਾਗ ਨੇ ਚੱਲਣਾ ਹੈ ਤੇ ਕਿੰਨੀ ਵਾਰ ਚੱਲਣਾ ਹੈ। ਪਿਛਲੇ ਅਧਿਆਇ ਵਿੱਚ ਕੰਟਰੋਲ ਫਲੋ ਭਾਗ ਪਹਿਲਾ ਵਿੱਚ ਅਸੀਂ ਇਹ ਪੜ੍ਹ ਚੁੱਕੇ ਹਾਂ ਕਿ ਕਿਵੇਂ ਪ੍ਰੋਗਰਾਮ ਦਾ ਕੋਈ ਵੀ ਖੰਡ ਕਾਊਂਟਰ ਦੀ ਮਦਦ ਨਾਲ ਬਾਰ-ਬਾਰ ਚਲਾਇਆ ਜਾ ਸਕਦਾ ਹੈ ਅਤੇ ਇਸ ਦੀ ਜਾਂਚ ਇਫ ਸਟੇਟਮੈਂਟਸ ਦੁਆਰਾ ਕੀਤੀ ਜਾ ਸਕਦੀ ਹੈ। ਇਫ ਸਟੇਟਮੈਂਟ ਤੁਹਾਨੂੰ ਯਾਦ ਹੋਵੇ ਕੰਡੀਸ਼ਨ ਲੱਗਦੀ ਹੈ। ਜੇ ਕੰਡੀਸ਼ਨ ਸੱਚ ਹੈ ਤਾਂ ਹੀ ਅੱਗੇ ਵਧੇਗੀ। ਦੈਨ ਉਸੇ ਤਰ੍ਹਾਂ ਉਸ ਨੂੰ ਰਿਪੀਟ ਵੀ ਕੀਤਾ ਜਾਵੇ। ਪ੍ਰੋਗਰਾਮ ਦੇ ਲੂਪ ਦੀ ਸਹੀ ਸਮਾਪਤੀ ਲਈ ਕਾਊਂਟਰ ਨੂੰ ਇਨੀਸ਼ੀਅਲਾਈਜ਼, ਇਨਕਰੀਮੈਂਟ ਜਾਂ ਜਿਹਨੂੰ ਕਹਿਣਾ ਬੜੋਤਰੀ ਦੇਣੀ ਅਤੇ ਉਸ ਕਾਊਂਟਰ ਦੀ ਮੁੱਲਾਂ ਦੀ ਉਚਿਤ ਜਗ੍ਹਾ ਤੇ ਜਾਂਚ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਆਮ ਤੌਰ ਤੇ ਇਫ ਸਟੇਟਮੈਂਟਸ ਨਾਲ ਪ੍ਰੋਗਰਾਮ ਵਿੱਚ ਪਹਿਲਾਂ ਤੋਂ ਇੱਕ ਨਿਸ਼ਚਿਤ ਨਹੀਂ ਹੁੰਦਾ ਤੇ ਕਿ ਲੂਪ ਕਿੰਨੀ ਵਾਰ ਚੱਲਣਾ ਹੈ। ਇਸ ਅਧਿਆਇ ਵਿੱਚ ਅਸੀਂ ਫੋਰ ਲੂਪ, ਵਾਈਲ ਲੂਪ ਨੂੰ ਇਸਤੇਮਾਲ ਕਰਨ ਬਾਰੇ ਬਾਰ-ਬਾਰ ਦੁਹਰਾਉਣ ਦੀ ਪ੍ਰਕਿਰਿਆ ਨੂੰ ਪਹਿਲਾਂ ਤੋਂ ਹੀ ਮਿਥਾਂਗੇ ਅਤੇ ਆਮ ਵਰਤੋਂ ਵਿੱਚ ਆਉਣ ਵਾਲੇ ਪ੍ਰੋਗਰਾਮ ਬਣਾਉਣੇ ਸਿੱਖਾਂਗੇ। ਪਿਛਲੇ ਚੈਪਟਰ ਤੇ ਇਸ ਚੈਪਟਰ ਦੇ ਵਿੱਚ ਕੀ ਫਰਕ ਹੈ? ਪਹਿਲਾਂ ਵਾਲੇ ਸਟੇਟਮੈਂਟ ਨਿਸ਼ਚਿਤ ਨਹੀਂ ਹਨ, ਪ੍ਰੋਗਰਾਮ ਨੇ ਕਿੰਨੀ ਵਾਰ ਚੱਲਣਾ ਹੈ, ਬਟ ਇਸ ਵਾਰ ਕੰਡੀਸ਼ਨ ਨੂੰ ਨਿਸ਼ਚਿਤ ਕੀਤਾ ਜਾਵੇਗਾ ਪਹਿਲਾਂ ਤੋਂ ਹੀ। ਕੰਟਰੋਲ ਲੂਪ ਸਟਰਕਚਰ ਬਾਰ-ਬਾਰ ਲਾਗੂ ਕਰਨ ਲਈ ਬਹੁਤ ਸਾਰੇ ਪ੍ਰੋਗਰਾਮਾਂ ਨੂੰ ਹਿਦਾਇਤਾਂ ਦੇ ਸਮੂਹ ਦੀ ਲੋੜ ਹੁੰਦੀ ਹੈ, ਜਿਸ ਨੂੰ ਅਸੀਂ ਸੈੱਟ ਕਹਿੰਦੇ ਹਾਂ। ਜਦ ਤੱਕ ਕੋਈ ਲੌਜੀਕਲ ਸਥਿਤੀ ਦੀ ਸੰਤੁਸ਼ਟੀ ਨਾ ਹੋਵੇ। ਲੌਜੀਕਲ ਸਥਿਤੀ ਮਤਲਬ ਕੋਈ ਵੀ ਕੰਡੀਸ਼ਨ ਜਿਹੜੀ ਲੌਜੀਕਲੀ ਤੁਸੀਂ ਸਹੀ ਜਾਂ ਗਲਤ ਕਹੀ ਗਈ। ਇਹ ਲੂਪ ਸਟਰਕਚਰ ਹਨ। ਪਹਿਲਾ ਵਾਈਲ ਲੂਪ। ਹੁਣ ਵਾਈਲ ਲੂਪ ਦੇ ਇਸ ਫਲੋ ਚਾਰਟ ਦੇ ਵਿੱਚ ਤੁਸੀਂ ਦੇਖ ਰਹੇ ਹੋ ਕੰਡੀਸ਼ਨ ਲਾਗੂ ਕੀਤੀ ਗਈ ਹੈ। ਜੇ ਉਹ ਕੰਡੀਸ਼ਨ ਸਹੀ ਹੁੰਦੀ ਹੈ ਤਾਂ ਆਹ ਸਟੇਟਮੈਂਟ ਲਾਗੂ ਕੀਤੀ ਜਾਵੇ, ਦੈਨ ਘੁੰਮ ਕੇ ਇੱਥੇ ਆ ਜਾਵੇ। ਜੇ ਫਾਲਸ ਹੈ ਤਾਂ ਉਹ ਕੰਡੀਸ਼ਨ ਤੋਂ ਬਾਹਰ ਆ ਕੇ ਕੋਈ ਵੀ ਸਟੇਟਮੈਂਟ ਲਾਗੂ ਕੀਤੀ ਜਾ ਸਕਦੀ ਹੈ। ਅਤੇ ਇਸ ਦਾ ਸਿੰਟੈਕਸ ਵਾਈਲ ਕੰਡੀਸ਼ਨ ਬ੍ਰੈਕਟਸ ਦੇ ਵਿੱਚ, ਦੈਨ ਕਰਲੀ ਬ੍ਰੈਕਟਸ ਦੇ ਵਿੱਚ ਤੁਸੀਂ ਆਪਦੀਆਂ ਸਟੇਟਮੈਂਟਸ ਦੇਣੀਆਂ। ਵਾਈਲ ਸਟੇਟਮੈਂਟ ਨੂੰ ਵਾਈਲ ਲੂਪ ਵੀ ਕਿਹਾ ਜਾਂਦਾ ਹੈ। ਇਹ ਸਟੇਟਮੈਂਟ ਦੇ ਬਲਾਕ ਨੂੰ ਉਨੀ ਦੇਰ ਤੱਕ ਲਾਗੂ ਕਰਦੀ ਹੈ ਜਦੋਂ ਤੱਕ ਨਿਸ਼ਚਿਤ ਸਥਿਤੀ ਸਹੀ ਹੁੰਦੀ ਹੈ। ਇਸੇ ਕੰਡੀਸ਼ਨ ਦੇ ਦੁਆਰਾ ਜਿਵੇਂ ਤੁਹਾਨੂੰ ਮੈਂ ਸਮਝਾਇਆ, ਜਦ ਤੱਕ ਸਥਿਤੀ ਸਹੀ ਹੈ ਉਦੋਂ ਤੱਕ ਹੀ ਇਹ ਲੂਪ ਦੇ ਵਿੱਚ ਰਹਿੰਦਾ ਹੈ। ਜਦੋਂ ਕੰਡੀਸ਼ਨ ਗਲਤ ਹੋ ਗਈ ਲੂਪ ਤੋਂ ਬਾਹਰ ਆ ਜਾਂਦਾ ਹੈ। ਕੰਡੀਸ਼ਨ ਕੋਈ ਵੀ ਸੀ ਐਪਲੀਕੇਸ਼ਨ ਜਾਂ ਐਕਸਪ੍ਰੈਸ਼ਨ ਹੈ ਅਤੇ ਸਟੇਟਮੈਂਟ ਇਕੱਲਾ ਹੈ ਜਾਂ ਮਿਸ਼ਰਿਤ ਹੈ। ਮਤਲਬ ਸਟੇਟਮੈਂਟ ਇੱਕ ਵੀ ਹੋ ਸਕਦੀ ਹੈ ਔਰ ਵੱਧ ਵੀ ਹੋ ਸਕਦੀ ਹੈ। ਜਦੋਂ ਪ੍ਰੋਗਰਾਮ ਲਾਗੂ ਕਰਨ ਵਾਈਲ ਸਟੇਟਮੈਂਟ ਤੇ ਪਹੁੰਚ ਜਾਂਦੀ ਹੈ ਤਾਂ ਹੇਠ ਲਿਖੀਆਂ ਪ੍ਰਕਿਰਿਆਵਾਂ ਹੁੰਦੀਆਂ ਹਨ। ਪਹਿਲੀ, ਐਕਸਪ੍ਰੈਸ਼ਨ ਸਥਿਤੀ ਦਾ ਮੁਲਾਂਕਣ ਹੁੰਦਾ ਹੈ। ਐਕਸਪ੍ਰੈਸ਼ਨ ਜਿਹੜਾ ਤੁਸੀਂ ਸਟੇਟਮੈਂਟ ਜਾਂ ਕੰਡੀਸ਼ਨ ਦਿੱਤੀ ਹੈ, ਇਫ ਕੰਡੀਸ਼ਨ ਦਾ ਗਲਤ ਮੁਲਾਂਕਣ ਹੁੰਦਾ ਹੈ, ਉਹ ਹੈ 0, ਤਾਂ ਵਾਈਲ ਸਟੇਟਮੈਂਟ ਸਮਾਪਤ ਹੋ ਜਾਂਦੀ ਅਤੇ ਲਾਗੂਕਰਨ ਨਿਮਨਲਿਖਤ ਸਟੇਟਮੈਂਟ ਦੇ ਪਹਿਲੇ ਸਟੇਟਮੈਂਟ ਵੱਲ ਚਲਿਆ ਜਾਂਦਾ ਹੈ। ਮਤਲਬ ਜਿਹੜਾ ਤੁਸੀਂ ਸਟੇਟਮੈਂਟ ਅੱਗੇ ਦਿੱਤੀ ਹੋਊਗੀ, ਜਦੋਂ ਉਹਦਾ ਐਕਸਪ੍ਰੈਸ਼ਨ 0 ਹੋ ਜਾਵੇਗਾ, ਸਟੇਟਮੈਂਟ ਤੋਂ ਬਾਹਰ ਆ ਜਾਵੇਗਾ। ਇਫ ਕੰਡੀਸ਼ਨ ਸਹੀ ਮਤਲਬ ਗੈਰ 0 ਹੈ, ਉਸ ਦਾ ਮੁਲਾਂਕਣ ਕਰਦੀ ਹੈ ਤੇ ਸਟੇਟਮੈਂਟ ਦਾ ਲਾਗੂ ਕਰਨਾ ਹੁੰਦਾ ਹੈ। ਲਾਗੂ ਕਰਨਾ ਕਦਮ 1 ਵਿੱਚ ਮੁੜ ਚਲਿਆ ਜਾਂਦਾ ਹੈ, ਵਾਪਸ ਉਸੇ ਕੰਡੀਸ਼ਨ ਦੇ ਵਿੱਚ। ਇਹ ਇੱਕ ਛੋਟਾ ਜਿਹਾ ਵਾਈਲ ਲੂਪ ਦਾ ਪ੍ਰੋਗਰਾਮ ਹੈ। ਪਹਿਲੇ n ਪੂਰਨ ਅੰਕ ਜੋੜ ਲੱਭਣ ਲਈ ਯੂਜ਼ ਆਫ ਵਾਈਲ ਲੂਪ। ਸਟੇਟਮੈਂਟ ਲਾਗੂ ਕੀਤੇ ਹਨ, ਧਿਆਨ ਨਾਲ ਦੇਖੋ। ਤੁਸੀਂ ਇਨੀਸ਼ੀਏਟ 3 ਇੰਟੀਜਰ ਡਾਟਾ ਟਾਈਪ ਇਨੀਸ਼ੀਏਟ ਕਰ ਰਹੇ ਹੋ, n a sum, ਔਰ sum ਦੀ ਵੈਲਿਊ ਵੀ ਦੇ ਰਹੇ ਹੋ 0। ਦੈਨ printf enter the value of n, ਤੁਸੀਂ n ਦੀ ਵੈਲਿਊ ਪ੍ਰਿੰਟ ਕਰਨ ਨੂੰ ਕਹਿ ਰਹੇ ਹੋ। ਦੈਨ ਨੈਕਸਟ ਸਟੇਟਮੈਂਟ ਦੇ ਵਿੱਚ ਸਕੈਨ ਕਰਨੀ ਹੈ n ਦੀ ਵੈਲਿਊ,
मतलब यूजर द्वारा इनपुट की जाएगी। ए दी वैल्यू तुसी खुद दी है 1, वाइल कंडीशन लागू होगी जे ए लेस देन n है ਤਾਂ ਕੀ ਹੋਵੇ, ਵਾਈਲ ਲੂਪ ਦੇ ਵਿੱਚ ਕੀ ਚੱਲੇ, ਸਮ ਪਲਸ। ਹੁਣ ਸਮ ਪਲਸ ਵਿੱਚ ਪ੍ਰੀ ਇੰਕਰੀਮੈਂਟ ਹੈ, ਦੈਨ ਇੰਕਰੀਮੈਂਟ ਲਾ ਕੇ ਵੈਲਿਊ a ਦੇ ਵੱਲ ਜਾਵੇਗੀ, ਦੈਨ a ਦੀ ਵੈਲਿਊ ਪਲਸ ਪਲਸ a plus 1 ਐਂਡ ਦੇ ਵਿੱਚ ਵੈਲਿਊ ਪ੍ਰਿੰਟ ਕਰੇਗਾ। ਹੁਣ ਇੱਕ ਛੋਟਾ ਜਿਹਾ ਸੀ ਦਾ ਪ੍ਰੋਗਰਾਮ ਜੇ ਅਸੀਂ ਵਾਈਲ ਦਾ ਦੇਖੀਏ, ਵੈਲਿਊ ਆਫ n scan d, ਸੇਮ ਪ੍ਰੋਗਰਾਮ। ਜਦੋਂ ਇਸ ਨੂੰ ਅਸੀਂ ਕੰਪਾਈਲ ਐਂਡ ਦੈਨ ਰਨ ਕਰਾਂਗੇ, ਵੈਲਿਊ ਆਫ n ਦੀ ਵੈਲਿਊ सोचो 10 देती, here is your value of sum, मतलब sum ਦੀ ਵੈਲਿਊ ਕੀ ਹੈ 45। ਪ੍ਰੋਗਰਾਮ ਧਿਆਨ ਨਾਲ ਚਲਾਉਣਾ ਹੈ। ਜਦੋਂ ਤੁਸੀਂ C ਦੇ ਕਿਸੇ ਵੀ ਪ੍ਰੋਗਰਾਮ ਨੂੰ ਚਲਾਉਂਦੇ ਹੋ ਤਾਂ ਉਹ ਉਹੀ ਚੀਜ਼ ਲਾਗੂ ਕਰਦਾ ਹੈ ਜਦੋਂ ਜਿਹੜੀ ਤੁਸੀਂ ਉਸ ਨੂੰ ਕੰਡੀਸ਼ਨ ਦਿੱਤੀ ਗਈ ਹੈ। use your own calculations ਕਿ ਕਿੰਨੀ ਵਾਰ ਇਹ ਚੱਲਦੀ ਹੈ। ਸੇਮ while statement ਨੂੰ ਹੋਰ simple statement ਲਾਗੂ ਕਰਨਾ, global declaration। ਹੁਣ main ਤੋਂ ਪਹਿਲਾਂ ਇੱਕ count declare ਕੀਤਾ ਹੈ globally, ਜਿਹੜਾ ਤੁਸੀਂ ਕਿਤੇ ਵੀ use ਕਰ ਸਕਦੇ ਹੋ, ਮਤਲਬ ਪ੍ਰੋਗਰਾਮ ਦੇ ਅੰਦਰ ਵੀ ਤੇ ਪ੍ਰੋਗਰਾਮ ਦੇ expressions ਦੇ ਵਿੱਚ। then do while, do the syntax ਕੀ ਹੈ ਇਹਦਾ, do ਮਤਲਬ ਪਹਿਲਾਂ ਆਹ ਸਟੇਟਮੈਂਟਸ ਲਾਗੂ ਕਰੋ ਫਿਰ ਕੰਡੀਸ਼ਨ ਚੈੱਕ ਕਰੋ। do this while the expression is this। ਇਸ ਸਿੰਟੈਕਸ ਦੇ ਵਿੱਚ do ਸਟੇਟਮੈਂਟਸ ਲਾਗੂ ਹੁੰਦੀਆਂ, ਦੈਨ ਉਸ ਵਾਰ ਐਕਸਪ੍ਰੈਸ਼ਨ ਲੱਗਦਾ ਹੈ। ਪਹਿਲਾਂ ਐਕਸਪ੍ਰੈਸ਼ਨ ਦਾ ਮੁਲਾਂਕਣ ਹੁੰਦਾ ਹੈ, ਸਟੇਟਮੈਂਟਸ ਦੇ ਬਲਾਕ ਵਿੱਚ ਪਹਿਲਾਂ ਲਾਗੂ ਹੁੰਦੇ ਹਨ, ਫਿਰ ਸਟੇਟਮੈਂਟਸ ਬਾਰ-ਬਾਰ ਜਦ ਤੱਕ ਮੁਲਾਂਕਣ ਐਕਸਪ੍ਰੈਸ਼ਨ ਗਲਤ ਨਹੀਂ ਹੋ ਜਾਂਦਾ ਉਸ ਦੇ ਵਿੱਚ ਹੀ ਰਹਿੰਦੇ ਹਨ। ਮਿਸਾਲ ਦੇ ਤੌਰ ਤੇ ਪਹਿਲਾਂ ਸਟੇਟਮੈਂਟ ਲਾਗੂ ਕੀਤੀ ਗਈ ਹੈ ਇੱਥੇ, ਉਸ ਤੋਂ ਬਾਅਦ ਉਸ ਤੇ ਕੰਡੀਸ਼ਨ ਲੱਗ ਗਈ ਹੈ ਸਟੇਟਮੈਂਟ ਤੇ। ਜਦ ਤੱਕ ਉਹ ਕੰਡੀਸ਼ਨ ਸਹੀ ਰਹੇਗੀ, ਜਦ ਤੱਕ ਉਹ ਘੁੰਮ ਕੇ ਉਸੇ ਸਟੇਟਮੈਂਟ ਤੇ ਆਉਂਦਾ ਰਹੇਗਾ, ਜਦ ਤੱਕ ਉਹ ਕੰਡੀਸ਼ਨ ਗਲਤ ਨਹੀਂ ਹੋ ਜਾਂਦੀ। ਸੇਮ ਹੈ x ਦੀ ਵੈਲਿਊ ਪ੍ਰੋਗਰਾਮ ਲੂਪ 9 ਵਾਰ ਲਾਗੂ ਕੀਤਾ ਜਾਂਦਾ ਹੈ ਅਤੇ x ਦਾ ਮੁੱਲ 10 ਬਣ ਜਾਂਦਾ ਹੈ ਤਾਂ ਕੰਟਰੋਲ ਲੂਪ ਬਾਹਰ ਆ ਜਾਂਦਾ ਹੈ। ਇਹ ਸਿੰਪਲ ਇੱਕ ਪ੍ਰੋਗਰਾਮ ਹੈ। Another program for do while statements, n ਅੰਕਾਂ ਦੀ ਔਸਤ ਕੱਢਣੀ, ਤੇ ਦੂਜਾ ਹੈ the program prints the sum of all odd integers। ਬਹੁਤ ਵਧੀਆ ਪ੍ਰੋਗਰਾਮ ਹੈ। odd integers between 1 to 50, 1 ਤੋਂ 50 ਤੱਕ odd integers ਪ੍ਰਿੰਟ ਕਰਨੇ ਆ, ਕਿੰਨੇ ਹੋ ਸਕਦੇ ਹਨ ਉਹਨਾਂ ਦਾ ਸਮ। do while loop। now ਆਹਾ ਲੂਪ ਜੇ ਤੁਸੀਂ ਧਿਆਨ ਨਾਲ ਦੇਖੋ, odd number sum ਦੀ ਵੈਲਿਊ 0 ਦਿੱਤੀ ਹੈ ਪਹਿਲਾਂ ਤੋਂ ਹੀ, then odd number ਦੀ ਵੈਲਿਊ ਨੈਕਸਟ ਸਟੇਟਮੈਂਟ ਦੇ ਵਿੱਚ 1 ਦੇ ਦਿੱਤੀ ਗਈ। do ਹੁਣ do ਦੇ ਵਿੱਚ ਦੋ ਕੰਡੀਸ਼ਨ, ਦੋ ਸਟੇਟਮੈਂਟਸ ਪਹਿਲਾਂ ਤੋਂ ਲੱਗ ਕੀਤੀਆਂ। sum plus is equal to, ਮਤਲਬ sum ਦੇ ਵਿੱਚ ਇਨਕਰੀਮੈਂਟ ਹੋਊਗਾ, then ਉਹਦੀ ਵੈਲਿਊ odd number ਜਾਵੇਗੀ, is equal to odd number। odd number ਦੇ ਵਿੱਚ ਇਨਕਰੀਮੈਂਟ ਲਾ ਕੇ ਫਿਰ 2, ਮਤਲਬ ਉਹਦੀ ਵੈਲਿਊ 2 ਹੋ ਜਾਏਗੀ। ਹੁਣ ਕੰਡੀਸ਼ਨ ਕੀ ਕਹਿੰਦੀ ਹੈ, while odd number less than is equal to 50, ਜਦ ਤੱਕ ਉਹ less than odd number ਦੀ ਵੈਲਿਊ 50 ਤੋਂ ਘੱਟ, 50 ਜਾਂ 50 ਤੋਂ ਘੱਟ ਨਹੀਂ ਹੁੰਦੀ, ਉਹ ਕੰਡੀਸ਼ਨ ਲਾਗੂ ਹੁੰਦੀ ਹੈ। ਜਦੋਂ 50 ਤੋਂ ਉੱਪਰ ਹੋਗੀ ਉਹਨੇ ਬੰਦ ਹੋ ਜਾਣਾ। then printf ਦੇ ਵਿੱਚ sum of odd numbers, ਮਤਲਬ odd numbers ਕਿਹੜੇ ਹਨ, integer data type ਦੇ, ਤਾਂ %d ਲੱਗ ਗਿਆ। then sum ਦੀ ਵੈਲਿਊ ਪ੍ਰਿੰਟ ਕਰਵਾਉਣੀ ਹੈ, sum ਕਿੰਨਾ ਹੋਏਗਾ, ਕੋਈ ਐਰਰ ਨਹੀਂ, then ਇਸ ਨੂੰ ਲਾਗੂ ਕਰਨਾ। sum of odd number is 625। for loop, for ਸਟੇਟਮੈਂਟ ਦਾ ਉਪਯੋਗ ਉਹਨਾਂ ਸਮੱਸਿਆਵਾਂ ਵਿੱਚ ਕੀਤਾ ਜਾਂਦਾ ਹੈ ਜਿਨ੍ਹਾਂ ਵਿੱਚ ਇੱਕ ਸਟੇਟਮੈਂਟ ਵਿੱਚ ਵੱਧ ਪੂਰਵ ਨਿਰਧਾਰਿਤ ਵਾਰ ਕਿਸੇ ਸਟੇਟਮੈਂਟ ਬਲਾਕ ਤੋਂ ਚਲਾਉਂਦੀ ਹੈ। ਮਤਲਬ ਇਸ ਫਲੋ ਚਾਰਟ ਨੂੰ ਧਿਆਨ ਨਾਲ ਦੇਖੋ, ਪਹਿਲਾਂ ਇਨੀਸ਼ੀਅਲਾਈਜ਼ ਕੀਤਾ ਜਾਂਦਾ ਹੈ ਸਟੇਟਮੈਂਟ ਨੂੰ,
then condition test ਹੁੰਦੀ है। जे condition test करके false ਜਾਂਦਾ है ਤਾਂ ਆਪਾਂ ਕਹਿ ਦਿੰਦੇ ਹਾਂ ਲੂਪ ਤੋਂ ਬਾਹਰ ਆ ਜਾਵੇ, ਇੱਕਦਮ end ਵਾਲੀ ਸਟੇਟਮੈਂਟ ਪ੍ਰਿੰਟ ਕਰੇ। ਜੇ true ਹੈ ਤਾਂ ਉਸ ਦੀ ਬੋਡੀ ਦੇ ਅੰਦਰ ਜੋ ਕੰਡੀਸ਼ਨਸ ਦਿੱਤੀਆਂ ਗਈਆਂ ਹਨ, ਜੋ ਐਕਸ਼ਨ ਸਟੇਟਮੈਂਟਸ ਦਿੱਤੀਆਂ ਗਈਆਂ ਹਨ, ਉਹ ਚੱਲਣ। ਫਿਰ ਇਨਕਰੀਮੈਂਟ ਲਾਉਣਾ ਪੈਂਦਾ ਹੈ। ਜੇ ਇਨਕਰੀਮੈਂਟ ਲਾ ਕੇ ਇਸ ਨੂੰ ਵਾਪਸ ਭੇਜਣਾ ਹੈ, ਇਟਸ ਯੋਰ ਚੋਇਸ। ਫॉर ਐਕਸਪ੍ਰੈਸ਼ਨ 1, ਹੁਣ ਪਹਿਲਾਂ ਲੂਪਸ ਦੇ ਵਿੱਚ ਅਸੀਂ ਕੀ ਪੜਿਆ ਹੈ ਕਿ ਐਕਸਪ੍ਰੈਸ਼ਨ ਅਲੱਗ-ਅਲੱਗ ਸਟੇਟਮੈਂਟਸ ਦੇ ਵਿੱਚ ਦਿੱਤੇ ਜਾਂਦੇ ਹਨ, ਜਾਂ ਇੱਕ ਐਕਸਪ੍ਰੈਸ਼ਨ ਹੀ ਇੱਕ ਟਾਈਮ ਤੇ ਦਿੱਤਾ ਜਾਂਦਾ ਹੈ। ਬਟ ਫॉर ਸਟੇਟਮੈਂਟ ਦੇ ਵਿੱਚ ਤੁਸੀਂ 10 ਐਕਸਪ੍ਰੈਸ਼ਨ ਇਕੱਠੇ ਦਿੰਦੇ ਹੋ। ਯਾਦ ਰੱਖੋ, ਫॉर ਸਟੇਟਮੈਂਟ ਐਕਸਪ੍ਰੈਸ਼ਨ 1 ਚੈੱਕ, ਦੈਨ ਐਕਸਪ੍ਰੈਸ਼ਨ 2 ਚੈੱਕ, ਦੈਨ ਐਕਸਪ੍ਰੈਸ਼ਨ 3। ਇਹਨਾਂ ਐਕਸਪ੍ਰੈਸ਼ਨਸ ਨੂੰ ਮੁਲਾਂਕਣ ਕਰਨ ਤੋਂ ਬਾਅਦ ਹੀ ਐਕਸ਼ਨ ਸਟੇਟਮੈਂਟ ਚੱਲਦੀਆਂ ਹਨ। ਐਕਸਪ੍ਰੈਸ਼ਨ 1 ਦਾ ਪਹਿਲਾ ਮੁਲਾਂਕਣ ਕੀਤਾ ਜਾਂਦਾ ਹੈ ਅਤੇ ਫਿਰ ਐਕਸਪ੍ਰੈਸ਼ਨ 2 ਦਾ। ਫਿਰ ਐਕਸਪ੍ਰੈਸ਼ਨ 2 ਦਾ ਇਵੈਲੂਏਸ਼ਨ ਕੀਤੀ ਜਾਂਦੀ ਹੈ, ਮਤਲਬ ਉਸ ਦੀ ਜੋ ਮੁਲਾਂਕਣ ਕਰਨ ਤੋਂ ਬਾਅਦ ਇਵੈਲੂਏਟ ਕੀ ਉਹ ਸਹੀ ਹੈ, ਜਾਂਚ ਕਰਦਾ ਹੈ, ਲੂਪ ਦੁਹਰਾਇਆ ਗਿਆ ਹੈ। ਸਟੇਟਮੈਂਟ ਨੂੰ ਲਾਗੂ ਕਰਨ ਤੋਂ ਬਾਅਦ ਐਕਸਪ੍ਰੈਸ਼ਨ 3 ਦਾ ਮੁਲਾਂਕਣ ਕੀਤਾ ਜਾਂਦਾ ਹੈ, ਮਤਲਬ ਸਟੇਟਮੈਂਟ 2 ਨੂੰ ਲਾਗੂ ਕਰਨ ਤੋਂ ਬਾਅਦ ਫਿਰ ਸਟੇਟਮੈਂਟ 3 ਦੀ ਐਕਸਪ੍ਰੈਸ਼ਨ ਚੈੱਕ ਕੀਤਾ ਜਾਂਦਾ ਹੈ। ਇਸ ਪ੍ਰਕਾਰ ਐਕਸਪ੍ਰੈਸ਼ਨ 1 ਆਮ ਕਰਕੇ ਲੂਪ ਕਾਊਂਟਰ ਤੋਂ ਸ਼ੁਰੂ ਹੁੰਦਾ ਹੈ, ਮਤਲਬ ਜਿਹੜਾ ਤੁਹਾਡਾ ਪਹਿਲਾ ਐਕਸਪ੍ਰੈਸ਼ਨ ਆ ਉਹ ਲੂਪ ਕਾਊਂਟਰ ਹੋਊਗਾ, ਮਤਲਬ ਲੂਪ ਕਿੰਨਾ ਚੱਲਣਾ। ਲੂਪ ਕਾਊਂਟਰ ਤੋਂ ਵੱਧਦੇ ਘਟਾਉਣੇ ਇਨਕਰੀਮੈਂਟ ਡਿਕਰੀਮੈਂਟ ਹੁੰਦੇ ਐਕਸਪ੍ਰੈਸ਼ਨ 3 ਦੇ। ਮਿਸਾਲ ਦੇ ਤੌਰ ਤੇ ਫॉर ਕੰਡੀਸ਼ਨ ਹੈ ਪਹਿਲੀ ਕਾਊਂਟ ਇਜ਼ ਇਕੁਅਲ ਟੂ 1, ਮਤਲਬ ਇਨੀਸ਼ੀਅਲਾਈਜ਼ ਕਰਤਾ ਵੀ ਕਾਊਂਟ ਦੀ ਵੈਲਿਊ 1 ਆ। ਫਿਰ ਸੈਕੰਡ ਦੇ ਵਿੱਚ ਕੀ ਕਿਹਾ ਜਾਂਦਾ ਹੈ, ਹੁਣ ਦੇਖੋ ਇੱਥੇ ਐਕਸਪ੍ਰੈਸ਼ਨ ਕਾਊਂਟ ਦੀ ਵੈਲਿਊ ਜਦ ਤੱਕ ਲੈਸ ਦੈਨ ਇਜ਼ ਇਕੁਅਲ ਟੂ 10 ਨਹੀਂ ਹੁੰਦੀ, ਮਤਲਬ 10 ਜਾਂ 10 ਤੋਂ ਘੱਟ ਰਹਿੰਦੀ ਹੈ, then count ਦੀ ਵੈਲਿਊ ਕੀ ਕਰੇ, count is equal to count plus 1, ਜਦ ਤੱਕ ਉਹ ਇੱਕ ਇਨਕਰੀਜ਼ ਕਰਦੀ ਰਹੇ ਇਸ ਐਕਸਪ੍ਰੈਸ਼ਨ ਦੇ ਵਿੱਚ। ਜਦੋਂ count ਦੀ ਵੈਲਿਊ 10 ਹੋ ਗਈ ਉਹ ਸਟੇਟਮੈਂਟ ਤੋਂ ਬਾਹਰ ਆ ਜਾਏਗੀ। ਜਦੋਂ for ਸਟੇਟਮੈਂਟ ਪਹਿਲੀ ਵਾਰ ਲਾਗੂ ਕੀਤਾ ਜਾਂਦਾ ਹੈ, ਗਿਣਤੀ ਦਾ ਮੁੱਲ ਮੁੱਢਲਾ, ਮਤਲਬ ਸਭ ਤੋਂ ਪਹਿਲਾ ਮੁੱਲ ਉੱਥੇ ਹੀ ਨਿਸ਼ਚਿਤ ਹੁੰਦਾ ਹੈ ਪਹਿਲੀ ਐਕਸਪ੍ਰੈਸ਼ਨ ਦੇ ਵਿੱਚ। ਇੱਥੇ ਸਭ ਤੋਂ ਮੁੱਢਲਾ ਮੁੱਲ ਆਏਗਾ, ਉਸ ਤੋਂ ਬਾਅਦ ਤੇ ਕੰਡੀਸ਼ਨ ਲੱਗੇਗੀ, ਜਦ ਐਂਡ ਸੈਕਿੰਡ ਉਸ ਨੂੰ ਮੁਲਾਂਕਣ ਕਰਨਾ ਰਹੇ। ਹੁਣ ਸਥਿਤੀ ਦੀ ਗਿਣਤੀ ਜਦ ਤੱਕ 10 ਜਾਂ 10 ਤੋਂ ਘੱਟ ਦੀ ਪਰਖ ਹੋ ਗਈ ਹੈ, ਕਿਉਂ ਜੋ ਗਿਣਤੀ 1 ਹੈ ਇਸ ਲਈ ਸਥਿਤੀ ਤਸੱਲੀ ਬਖਸ਼ ਹੈ ਤੇ ਲੂਪ ਦੀ ਬਾਡੀ ਪਹਿਲੀ ਵਾਰ ਲਾਗੂ ਹੋ ਜਾਏਗੀ। ਫॉर ਦੇ ਕਲੋਜ਼ਿੰਗ ਬ੍ਰੇਸਿਸ ਤੇ ਪਹੁੰਚਣ ਤੇ ਕੰਪਿਊਟਰ ਕੰਟਰੋਲ ਨੂੰ ਫॉर ਸਟੇਟਮੈਂਟ ਵੱਲ ਵਾਪਸ ਭੇਜਦੀ ਜਿੱਥੇ ਗਿਣਤੀ ਮੁੱਲ 1 ਦੁਆਰਾ ਹੈ, ਮਤਲਬ ਜਿੱਥੇ ਜਦ ਤੱਕ ਉੱਥੇ ਵਾਪਸ ਭੇਜ ਦੇਗਾ ਜਦ ਤੱਕ ਕੰਡੀਸ਼ਨ ਜਦੋਂ ਬ੍ਰੇਸਿਸ ਤੇ ਪਹੁੰਚਣਾ ਹੈ। ਉਸੇ ਲੂਪ ਨੂੰ ਦੁਹਰਾਏਗਾ ਜਦ ਤੱਕ ਉਸ ਦੀ ਵੈਲਿਊ 11 ਨਹੀਂ ਹੋ ਜਾਂਦੀ। 10 ਪ੍ਰਕਿਰਤਿਕ ਅੰਕਾਂ ਨੂੰ ਜੋੜ ਛਾਪਣ ਲਈ, ਮਤਲਬ ਤੁਸੀਂ ਨੈਚੁਰਲ ਨੰਬਰਸ ਦਾ ਜੋੜ ਛਾਪਣ ਲਈ 10 ਦਾ ਉਸ ਦਾ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਦਾ ਸਪਸ਼ਟੀਕਰਨ ਦਿੱਤਾ ਗਿਆ ਹੈ, ਇਸ ਦੀ ਵੈਲਿਊ ਕਿਵੇਂ 55 ਆਈ ਹੈ। ਦੈਨ ਪ੍ਰਿੰਟ ਪ੍ਰੋਗਰਾਮ, ਪ੍ਰਿੰਟ ਟੂ ਪ੍ਰੋਗਰਾਮ ਦੇ ਪ੍ਰਿੰਟ ਕਰਵਾਉਣ ਦੇ ਲਈ ਲੂਪ ਹੈਡਰ। ਦੈਨ ਬਹੁਤ ਛੋਟਾ ਜਿਹਾ ਸਟੇਟਮੈਂਟ ਹੈ, i ਦੀ ਵੈਲਿਊ 1 ਦਿੱਤੀ ਗਈ ਹੈ, i ਲੈਸ ਦੈਨ ਇਜ਼ ਇਕੁਅਲ ਟੂ 5 ਔਰ i ਦੀ ਵੈਲਿਊ ਉਸ ਨੂੰ ਇਨਕਰੀਜ਼ ਕਰਨ ਤੇ ਪ੍ਰਿੰਟ ਕਰਦੀ ਹੈ। ਚਾਰ ਤੋਂ 9 ਤੱਕ ਅੰਕਾਂ ਨੂੰ ਅਤੇ ਉਹਨਾਂ ਦੇ ਵਰਗਮੂਲ ਸਕੁਆਇਰ ਰੂਟ ਛਾਪਣ ਦਾ ਪ੍ਰੋਗਰਾਮ, a very good program। ਜਦੋਂ ਅਸੀਂ ਫॉर ਦਾ ਸਟੇਟਮੈਂਟ ਲਾਗੂ ਕਰਨੀ ਹੈ, ਦੈਨ ਆਪਾਂ ਇੱਥੇ ਇੰਟੀਜਰ ਡਾਟਾ ਟਾਈਪ ਲਿਆ ਹੈ, ਇੱਕ ਨੰਬਰ ਤੇ ਦੂਜਾ ਸਕੁਆਇਰ ਰੂਟ, ਦੋਨੇ ਇੰਟੀਜਰ ਡਾਟਾ ਟਾਈਪ ਦੇ ਹਨ। ਫॉर ਕੰਡੀਸ਼ਨ ਦੇ ਵਿੱਚ ਆਪਾਂ ਕੀ ਕਹਿੰਦੇ ਹਨ, ਨੰਬਰ ਦੀ ਵੈਲਿਊ 4 ਇਨੀਸ਼ੀਅਲਾਈਜ਼ ਕੀਤੀ ਗਈ ਹੈ, ਦੈਨ ਜਦ ਤੱਕ ਨੰਬਰ ਦੀ ਵੈਲਿਊ ਲੈਸ ਦੈਨ ਇਜ਼ ਇਕੁਅਲ ਟੂ 9, ਮਤਲਬ 10 ਨਹੀਂ ਹੋ ਜਾਂਦੀ, ਉਹ ਇੱਥੇ ਘੁੰਮਦਾ ਰਹੇ, ਨੰਬਰ ਦੀ ਵੈਲਿਊ ਪਲੱਸ ਇਨਕਰੀਮੈਂਟ ਹੁੰਦਾ ਰਹੇ। ਹੁਣ ਜਦ ਤੱਕ ਸਟੇਟਮੈਂਟ ਲਾਗੂ ਹਨ ਤਾਂ ਸਕੁਆਇਰ ਰੂਟ ਦੀ ਵੈਲਿਊ ਨੰਬਰ ਇਨਟੂ ਨੰਬਰ, printf ਪਹਿਲਾ ਨੰਬਰ ਪ੍ਰਿੰਟ ਕਰੇ, ਦੈਨ ਸਪੇਸ ਦੇ ਕੇ ਅਸੀਂ ਕਿਹਾ ਹੈ ਕਿ ਉਸੇ ਸਕੁਆਇਰ ਰੂਟ ਦੀ ਵੈਲਿਊ ਇੱਥੇ ਪ੍ਰਿੰਟ ਕਰੇ। ਦੋਨੇ ਇੰਟੀਜਰ ਡਾਟਾ ਟਾਈਪ ਹਨ, ਦੈਨ ਅਸੀਂ %d ਲਿਆ ਹੈ ਇੱਥੇ ਵੀ ਤੇ ਇੱਥੇ ਵੀ। ਹੁਣ ਇੱਥੇ ਤੁਹਾਡਾ ਨੰਬਰ ਦੀ ਵੈਲਿਊ ਪ੍ਰਿੰਟ ਹੋਵੇਗੀ, ਦੈਨ ਇੱਥੇ ਤੁਹਾਡੀ ਸਕੁਆਇਰ ਰੂਟ ਦੀ, ਉਹ ਜਦੋਂ ਇੱਥੇ ਨਿਸ਼ਚਿਤ ਕੀਤਾ ਗਿਆ ਹੈ।
ਨੰਬਰ ਤੇ ਸਕੁਆਇਰ ਰੂਟ ਦੂਜੀ ਵਾਰ। ਜਦੋਂ ਇਸ ਨੂੰ ਕੰਪਾਈਲ ਕਰਦੇ ਹਾਂ ਐਂਡ ਰਨ, ਪਹਿਲਾ ਨੰਬਰ ਹੈ 4 ਨਿਰਧਾਰਿਤ ਕੀਤਾ ਗਿਆ ਸੀ ਤਾਂ ਉਸਦੀ ਸਕੁਆਇਰ ਰੂਟ ਵੈਲਿਊ ਕੀ ਸੀ 16। ਦੂਜਾ ਨੰਬਰ ਆਟੋਮੈਟਿਕਲੀ ਕੀ ਆਏਗਾ ਇਨਕਰੀਮੈਂਟ ਦੇ ਬਾਅਦ 5 ਦੈਨ 25, 6 ਤੋਂ ਬਾਅਦ 36, 7 8 9 10। ਹੁਣ 9 ਤੱਕ ਚਲਾਉਣਾ ਹੈ, ਜਦੋਂ ਉਹਦੀ ਵੈਲਿਊ 10 ਹੋ ਗਈ ਆਟੋਮੈਟਿਕਲੀ ਲੂਪ ਤੋਂ ਬਾਹਰ ਆ ਗਿਆ, ਉੱਥੇ ਹੀ ਪ੍ਰੋਗਰਾਮ ਖਤਮ। ਇਸ ਦੇ ਨਾਲ ਹੀ ਤੁਹਾਡਾ ਫॉर ਸਟੇਟਮੈਂਟ ਵੀ ਖਤਮ ਹੋ ਜਾਂਦੀ ਹੈ, ਜੋ ਬਹੁਤ ਆਸਾਨੀ ਨਾਲ ਕਿਸੇ ਵੀ ਸੀ ਪ੍ਰੋਗਰਾਮ ਦੇ ਵਿੱਚ ਯੂਜ਼ਰ ਨੂੰ ਜ਼ਿਆਦਾ ਫਾਇਦੇਮੰਦ ਰਹਿੰਦੀ ਹੈ। ਇਹ ਇਸ ਪ੍ਰੋਗਰਾਮ ਦੀ ਸਪਸ਼ਟੀਕਰਨ ਹੈ। ਇੱਕ ਹੋਰ ਫॉर ਦਾ ਪ੍ਰੋਗਰਾਮ 1 ਤੋਂ 5 ਅੰਕ ਤੱਕ ਛਾਪਣ ਲਈ ਬਿਨਾਂ ਐਕਸਪ੍ਰੈਸ਼ਨ ਤੇ ਐਕਸਪ੍ਰੈਸ਼ਨ 3। ਇਸ ਦੇ ਨਾਲ ਹੀ ਤੁਹਾਡਾ ਕੰਟਰੋਲ ਫਲੋ ਚੈਪਟਰ ਭਾਗ ਦੂਜਾ ਵੀ ਖਤਮ ਹੁੰਦਾ ਹੈ। ਕਿਸੇ ਵੀ ਸੀ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਯੂਜ਼ਰ ਨੂੰ ਐਜ਼ ਅ ਪ੍ਰੋਗਰਾਮਰ ਤੁਹਾਨੂੰ ਕਿਸ ਤਰ੍ਹਾਂ ਦਾ ਸਟੇਟਮੈਂਟ ਲਾਗੂ ਕਰਨੀ ਹੈ, ਕਿਹੜਾ ਲੂਪ ਚਲਾਉਣਾ ਹੈ, ਕਿਸ ਤਰ੍ਹਾਂ ਦਾ ਐਕਸਪ੍ਰੈਸ਼ਨ ਦੇਣਾ ਹੈ, ਕੰਟਰੋਲ ਸਟੇਟਮੈਂਟਸ ਉੱਥੇ ਬਹੁਤ ਜ਼ਰੂਰੀ ਹਨ। ਇਸ ਦੀ ਜ਼ਿਆਦਾ ਤੋਂ ਜ਼ਿਆਦਾ ਪ੍ਰੈਕਟਿਸ ਕਰੋ। ਆਪਣੇ ਆਪ ਮਨ ਦੇ ਵਿੱਚ ਸੋਚ ਕੇ ਕੋਈ ਲੂਪ ਬਣਾਓ, ਸੋਚੋ ਤੇ ਉਸ ਨੂੰ ਚਲਾ ਕੇ ਦੇਖੋ। ਧੰਨਵਾਦ।